राग सोरठ बाणी भगत रविदास जी की। एक ओंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। माधवे क्या कहिए भ्रम ऐसा, जैसा मानिय होए न तैसा। रहाउ नरपत एक सिंहासन सोया, सुपने भया भिखारी। अछत राज विचरत दुख पाया, सोगत भई हमारी। राज भयंग प्रसंग जैसे हैं, अब कछ मरम जनाया। अनेक कटक जैसे भूल परे, अब कहते कहन न आया। सर्वे एक अनेक स्वामी, सब घट भोगवै सोई। कह रविदास हाथ पैनेरे, सहजे होए सो होई। सर्वे एक अनेक स्वामी, सब घट भोगवै सोई। कह रविदास हाथ पैनेरे, सहजे होए सो होई। वाहिगुरु जी का खालसा, वाहिगुरु जी की फतेह। गुरु रूप गुरु प्यारे सत्संगी जनों, सतगुरां ने कृपा की है। गुरु दर ते हाजरियां भरन दा सुभाग समा प्राप्त होया है। अज दा पावन मुख वाक सोरठ राग दे विच भगतां दी बाणी विचों भगत रविदास जी दी ये अमृत बाणी, जिस राही सतगुरु जी ने अज दा पावन मुख वाक बख्शिश किया है। नाल मंगना चरण दर्ज है, एक ओंकार सतगुर प्रसाद अकाल पुरख एक है। सारियां च भरपूर है, सतगुर की कृपा राही उसकी प्राप्ति होंदी है। पावन अंक
657 ਦੇ ਉੱਤੇ ਇਹ ਦਰਗਾਹੀ ਇਲਾਹੀ ਬਚਨ ਦਰਜ ਹਨ। ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਹਨ। ਮਾਧਵੇ ਕਿਆ ਕਹੀਐ ਪਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਓ। ਮਾਧਵੇ ਦਾ ਅਰਥ ਹੈ ਇਹ ਮਾਇਆ ਦੇ ਪਤੀ ਪਰਮੇਸ਼ਰ। ਕਿਆ ਕਹੀਏ ਦਾ ਅਰਥ ਹੈ ਅਸੀਂ ਬਿਆਨ ਨਹੀਂ ਕਰ ਸਕਦੇ। ਪਰਮ ਐਸਾ ਆਓ ਕਿ ਜੀਵਨ ਦੇ ਅੰਦਰ ਐਸੀ ਭਟਕਣਾ ਬਣ ਗਈ ਹੈ, ਸਾਡੇ ਐਸਾ ਭਰਮ ਪਿਆ ਹੋਇਆ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਆਓ ਕਿ ਕੀ ਕਹੀਏ, ਕੀ ਭਰਮ ਪੈ ਗਿਆ ਹੈ। ਆਖਣ ਲੱਗੇ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਓ। ਅਸੀਂ ਜਿਸ ਤਰ੍ਹਾਂ ਮੰਨੀ ਬੈਠੇ ਹਾਂ ਇਹ ਪ੍ਰਭੂ ਤੂੰ ਸੰਸਾਰ ਜਗਤ ਨਾਲੋਂ ਕੋਈ ਵੱਖਰੀ ਹਸਤੀ ਹੈ ਤੇ ਇਹ ਜਗਤ ਸੰਸਾਰ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ, ਤੇ ਸਤਿਗੁਰ ਆਖ ਰਹੇ ਨੇ ਇਹ ਠੀਕ ਨਹੀਂ, ਇਹ ਸਾਡਾ ਭਰਮ ਹੀ ਹੈ, ਭੁਲੇਖਾ ਹੈ। ਪਰ ਐਸੀ ਗੱਲ ਨਹੀਂ ਹੈ ਜੈਸਾ ਅਸੀਂ ਮੰਨੀ ਬੈਠੇ ਹਾਂ। ਪਹਿਲੇ ਬੰਦ ਵਿੱਚ ਕਿਰਪਾ ਕੀਤੀ ਆਖਣ ਲਗੇ ਜਬ ਹਮ ਹੋਤੇ ਤਬ ਤੂੰ ਨਾਹੀਂ। ਕਹਿੰਦੇ ਨੇ ਅਸਾਂ ਜੀਵਾਂ ਵਿੱਚ ਜਦੋਂ ਤੱਕ ਹਉਮੈ ਹੈ ਉਦੋਂ ਤੱਕ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਪ੍ਰਗਟ ਨਹੀਂ ਹੁੰਦਾ। ਜਬ ਹਮ ਹੋਤੇ, ਜਦੋਂ ਸਾਡੇ ਵਿੱਚ ਮੈਂ ਵਾਲੀ ਬਿਰਤੀ ਹੈ, ਹਉਮੈ ਹੈ, ਉਹਨਾਂ ਚਿਰ ਹੈ ਵਾਹਿਗੁਰੂ ਜੀ ਤੁਸੀਂ ਪ੍ਰਗਟ ਨਹੀਂ ਹੁੰਦੇ। ਅਬ ਤੂੰ ਹੀ ਮੈਂ ਨਾਹੀਂ, ਹੁਣ ਤੂੰ ਹਿਰਦੇ ਵਿੱਚ ਪ੍ਰਥਕ ਰੂਪ ਤੋਂ ਪ੍ਰਗਟ ਹੋ ਗਿਆ। ਹੁਣ ਜਿਹੜੀ ਮੈਂ ਵਾਲੀ ਬਿਰਤੀ ਸੀ ਉਹ ਮੇਰੇ ਜੀਵਨ ਵਿੱਚੋਂ ਖਤਮ ਹੋ ਗਈ ਹੈ, ਹੁਣ ਮੈਂ ਨਹੀਂ ਰਹੀ। ਇਹ ਇਸ ਤਰ੍ਹਾਂ ਹੋਇਆ। ਕਹਿਣ ਲੱਗੇ ਅਨਲ ਅਗਮ ਜੈਸੇ ਲਹਿਰ ਮੈਂ ਉਦਤ। ਜਿਸ ਤਰ੍ਹਾਂ ਕਿ ਸਮੁੰਦਰ ਦੇ ਅੰਦਰ ਲਹਿਰਾਂ ਉੜਦੀਆਂ ਨੇ, ਸਮੁੰਦਰ ਦੀਆਂ ਲਹਿਰਾਂ ਨੇ, ਤੇ ਜਦੋਂ ਉਹਨਾਂ ਨੂੰ ਬੰਦਾ ਦੇਖਦਾ ਕਹਿੰਦਾ ਹੈ ਲਹਿਰਾਂ ਵੱਖਰੀਆਂ ਨੇ, ਸਮੁੰਦਰ ਵੱਖਰਾ ਹੈ। ਪਰ ਜਦੋਂ ਲਹਿਰਾਂ ਦੀ ਹਸਤੀ ਮਿਟਦੀ ਹੈ ਤੇ ਫਿਰ ਜਲ ਹੀ ਜਲ ਦਿਖਾਈ ਦਿੰਦਾ ਹੈ, ਸਮੁੰਦਰ ਹੀ ਸਮੁੰਦਰ ਦਿਖਾਈ ਦਿੰਦਾ ਹੈ। ਫਿਰ ਲਹਿਰਾਂ ਜਿਹੜੀਆਂ ਉਹ ਵੱਖਰੀ ਨਹੀਂ ਦਿਖਾਈ ਦਿੰਦੀਆਂ। ਇਸ ਤਰ੍ਹਾਂ ਹੀ ਜਦੋਂ ਤੱਕ ਮੈਂ ਵਾਲੀ ਬਿਰਤੀ ਸੀ ਤੇ ਅਸੀਂ ਆਪਣੇ ਆਪ ਨੂੰ ਵੱਖਰਾ ਸਮਝੀ ਬੈਠੇ ਸਾਂ, ਵੱਖਰੀ ਹਸਤੀ ਬਣਾਈ ਬੈਠੇ ਸਾਂ। ਪਰ ਜਦੋਂ ਮੈਂ ਮਿਟ ਗਈ ਤੇ ਉਹ ਵੱਖਰੀ ਹਸਤੀ ਜਿਹੜੀ ਸੀ ਉਹ ਹੁਣ ਸਮਝ ਆ ਗਈ ਕਿ ਰੱਬ ਨਾਲੋਂ ਅਸੀਂ ਵੱਖਰੇ ਨਹੀਂ ਹਾਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਅਗਲੇ ਵਚਨ ਕੀਤੇ ਸਾਹਿਬ ਜੀ ਨੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਨਰਪਤ ਕਹਿੰਦੇ ਨੇ ਰਾਜੇ ਨੂੰ। ਕਹਿੰਦੇ ਰਾਜਾ ਇੱਕ ਸਿੰਘਾਸਨ 'ਤੇ ਬੈਠਾ ਤੇ ਸਿੰਘਾਸਨ 'ਤੇ ਬੈਠ ਕੇ ਕਹਿੰਦੇ ਨੀਂਦ ਆ ਗਈ। ਨੀਂਦ ਦੇ ਵਿੱਚ ਕੀ ਹੋਇਆ ਕਿ ਸੁਪਨਾ ਵੇਖਿਆ ਤੇ ਸੁਪਨੇ ਵਿੱਚ ਭਿਖਾਰੀ ਬਣ ਗਿਆ। ਔਰ ਜਦੋਂ ਸੁਪਨੇ ਵਿੱਚ ਭਿਖਾਰੀ ਬਣਿਆ ਤੇ ਭਗਤ ਰਵਿਦਾਸ ਜੀ ਕਹਿੰਦੇ ਮਨੁੱਖ ਬੜਾ ਦੁਖੀ ਹੋਇਆ ਕਿ ਮੈਂ ਤੇ ਰਾਜਾ ਹੁੰਦਾ ਸਾਂ ਤੇ ਮੈਂ ਕੰਗਾਲ ਹੋ ਗਿਆ, ਭਿਖਾਰੀ ਬਣ ਗਿਆ ਹਾਂ। ਸਾਧੂ ਕਹਿੰਦੇ ਇਸ ਤਰ੍ਹਾਂ ਹੀ ਸਾਡੀ ਹਾਲਤ ਹੈ। ਅਛਤ ਰਾਜ ਵਿਛਰਤ ਦੁੱਖ ਪਾਇਆ। ਰਾਜ ਦੇ ਹੁੰਦਿਆਂ ਸੁਣਦਿਆਂ ਕਹਿੰਦੇ ਨੇ ਅਸੀਂ ਦੁਖੀ ਹਾਂ। ਸੋਗਤ ਪਈ ਹਮਾਰੀ, ਉਹ ਹਾਲਤ ਸਾਡੀ ਜੀਵਾਂ ਦੀ ਬਣੀ ਪਈ ਹੈ। ਆਓ ਕਿ ਉਹੀ ਦਸ਼ਾ ਸਾਡੀ ਹੈ ਕਿ ਪਰਮੇਸ਼ਰ ਨਾਲੋਂ ਵਿਛੜ ਕੇ, ਪਰਮੇਸ਼ਰ ਦੇ ਹੁੰਦਿਆਂ ਸੁਣਦਿਆਂ ਔਰ ਉਸ ਦੀ ਯਾਦ ਨੂੰ ਭੁਲਾ ਕੇ ਸਾਡੀ ਵੀ ਹਾਲਤ ਇਹ ਹੈ। ਜੇ ਉਸ ਤੋਂ ਵਿਛੜ ਕੇ ਅਸੀਂ ਵੀ ਦੁਖੀ ਹਾਂ। ਜਿਸ ਤਰ੍ਹਾਂ ਸੁਪਨੇ ਵਿੱਚ ਰਾਜਾ ਜਿਹੜਾ ਸੀ ਉਹ ਕੰਗਾਲ ਬਣ ਗਿਆ, ਰਾਜ ਦੇ ਹੁੰਦਿਆਂ ਸੁਣਿਆ ਹੇ ਪਰਮਾਤਮਾ ਤੇਰੇ ਹੁੰਦਿਆਂ ਸੁਣਿਆ ਅਸੀਂ ਦੁਖੀ ਹਾਂ, ਕਿਉਂਕਿ ਜੋ ਸੰਸਾਰ ਦਾ ਅਸੀਂ ਜਗਤ ਦਾ ਸੁਪਨਾ ਵੇਖ ਰਹੇ ਹਾਂ, ਇਸ ਸੁਪਨੇ ਦੇ ਵਿੱਚ ਹੀ ਅਸੀਂ ਦੁੱਖ ਸੁੱਖ ਮਹਿਸੂਸ ਕਰ ਰਹੇ ਹਾਂ। ਇਸ ਕਰਕੇ ਸਤਿਗੁਰੂ ਜੀ ਆਖ ਰਹੇ ਨੇ, ਕਹਿੰਦੇ ਹੁਣ ਅਗਲੀ ਗੱਲ ਕਹਿੰਦੇ ਹੋਏ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰਾਜ ਦਾ ਅਰਥ ਹੈ ਰੱਸੀ, ਭੁਯੰਗ ਦਾ ਅਰਥ ਹੈ ਸੱਪ। ਆਓ ਕਿ ਇੱਕ ਪ੍ਰਸੰਗ ਚੱਲਦਾ ਆ ਰਿਹਾ ਹੈ, ਇੱਕ ਕਹਾਵਤ ਚੱਲਦੀ ਆ ਰਹੀ ਹੈ ਕਿ ਮਨੁੱਖ ਕਈ ਵਾਰੀ ਰਾਜ ਰੱਸੀ ਨੂੰ ਸੱਪ ਸਮਝ ਲੈਂਦਾ, ਡਰ ਜਾਂਦਾ ਹੈ, ਤੇ ਕਈ ਵਾਰੀ ਸੱਪ ਨੂੰ ਰੱਸੀ ਸਮਝ ਕੇ ਉਸ ਨੂੰ ਹੱਥ ਪਾ ਲੈਂਦਾ। ਇਹ ਇੱਕ ਕਹਾਵਤ ਚੱਲਦੀ ਆ ਰਹੀ ਹੈ। ਇਸ ਤਰ੍ਹਾਂ ਸੰਸਾਰ ਦਾ ਇਹ ਅਸਲ ਦੇ ਵਿੱਚ ਪਰਮਾਤਮਾ ਔਰ ਪਰਮਾਤਮਾ ਦੀ ਹਸਤੀ ਅੱਡ ਅੱਡ ਅਸੀਂ ਸਮਝੀ ਬੈਠੇ ਹਾਂ। ਤੇ ਸਤਿਗੁਰ ਕਹਿੰਦੇ ਨੇ ਅਬ ਕਛ ਮਰਮ ਜਨਾਇਆ,
ਆਖਣ ਲੱਗੇ ਪਰ ਹੁਣ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਕਿਰਪਾ ਕੀਤੀ, ਆਪਣੇ ਇਸ ਭੇਦ ਨੂੰ ਮੈਨੂੰ ਜਣਾ ਦਿੱਤਾ ਹੈ, ਸਮਝਾ ਦਿੱਤਾ ਹੈ, ਔਰ ਕਿ ਇਸ ਭੇਦ ਜਿਹੜਾ ਸੀ ਨਾ ਮੈਨੂੰ ਸਮਝ ਵਿੱਚ ਆ ਗਿਆ। ਅਨੇਕ ਕਟਕ ਜੈਸੇ ਭੂਲ ਭਰੇ, ਮੈਂ ਭੁੱਲ ਗਿਆ ਸੀ ਕਿ ਸੋਨੇ ਦੇ ਅਨੇਕਾਂ ਕੜਿਆਂ ਨੂੰ ਵੇਖ ਕੇ, ਕਟਕ ਕਹਿੰਦੇ ਨੇ ਕੜਿਆਂ ਨੂੰ, ਅਨੇਕਾਂ ਹੀ ਸੋਨੇ ਦੇ ਕੜੇ ਵੇਖ ਕੇ ਨਾ ਮਨੁੱਖ ਭੁੱਲ ਜਾਂਦਾ ਹੈ। ਕਈ ਵਾਰ ਸੋਚਦਾ ਕਿ ਇਹ ਸੋਨਾ ਵੱਖਰਾ ਹੈ, ਇਹ ਸੋਨਾ ਵੱਖਰਾ ਹੈ। ਕਹਿੰਦੇ ਅਬ ਕਹਿਤੇ ਕਹਿਣ ਨਾ ਆਇਆ, ਪਰ ਹੁਣ ਜਦੋਂ ਸਮਝ ਆਈ ਸੋਨਾ ਇੱਕ ਹੀ ਹੈ, ਉਹਦੇ ਵੱਖ-ਵੱਖ ਗਹਿਣੇ ਬਣਾਏ ਗਏ ਨੇ। ਕਹਿੰਦੇ ਇਹ ਮਰਮ, ਇਹ ਭੇਦ ਵੀ ਸਮਝ ਵਿੱਚ ਆ ਗਿਆ। ਤੇ ਹੁਣ ਜਦੋਂ ਇਹ ਗੱਲ ਸਮਝ ਵਿੱਚ ਆ ਗਈ ਹੈ, ਹੁਣ ਬਿਆਨ ਨਹੀਂ ਕੀਤੀ ਜਾ ਸਕਦੀ। ਅਗਲੇ ਵਚਨ ਕੀਤੇ ਸਰਵੇ ਏਕ ਅਨੇਕੈ ਸੁਆਮੀ, ਕਹਿੰਦੇ ਸਾਰਿਆਂ ਦੇ ਵਿੱਚ ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੁਆਮੀ ਹੈ ਉਹ ਬੈਠਾ ਹੋਇਆ ਹੈ। ਸਭਗਟ ਭੋਗਵੈ ਸੋਈ, ਸਾਰਿਆਂ 'ਚ ਬੈਠ ਕੇ ਉਹੀ ਭੋਗ ਭੋਗ ਰਿਹਾ ਹੈ, ਸਾਰਿਆਂ 'ਚ ਬੈਠ ਕੇ ਉਹੀ ਸਭ ਕੁਝ ਮਾਣ ਰਿਹਾ ਹੈ। ਜੋ ਅਸੀਂ ਮਾਣਦੇ ਹਾਂ ਉਹ ਵਾਹਿਗੁਰੂ ਸਾਰਿਆਂ 'ਚ ਬੈਠ ਕੇ ਆਪ ਹੀ ਮਾਣ ਰਿਹਾ ਹੈ। ਭੁਲੇਖਾ ਇਹ ਅਸੀਂ ਖਾ ਰਹੇ ਹਾਂ, ਕਹਿੰਦੇ ਵਾਹਿਗੁਰੂ ਹੀ ਸਭ ਕੁਝ ਮਾਣ ਰਿਹਾ ਹੈ, ਸਾਰਿਆਂ ਦੇ ਘਟਾਂ ਵਿੱਚ ਉਹੀ ਵਰਤ ਰਿਹਾ ਹੈ। ਇਹ ਸਾਰੇ ਘਟਾਂ 'ਚ ਉਹ ਵਰਤ ਰਿਹਾ ਤੇ ਉਦੋਂ ਤੱਕ ਹੀ ਭੋਗ ਸਕਦੇ ਜਦੋਂ ਤੱਕ ਉਹ ਘਟ 'ਚ ਬੈਠਾ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਕਹਿ ਰਬਦਾਸ ਹਾਥ ਪੈ ਨੇਰੇ, ਰਬਦਾਸ ਆਖਦਾ ਹੈ ਕਿ ਪਰਮੇਸ਼ਰ ਤਾਂ ਮੇਰੇ ਹੱਥ ਨਾਲੋਂ ਵੀ ਨੇੜੇ ਹੈ। ਸਹਿਜੇ ਹੋਏ ਸੋ ਹੋਈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਏਗੀ ਜਦੋਂ ਆਤਮਿਕ ਅਡੋਲਤਾ ਵਿੱਚ ਟਿਕੇ, ਆਓ ਕਿ ਹਉਮੈ ਨੂੰ ਮਾਰ ਕੇ ਜਦੋਂ ਅਸੀਂ ਸਹਿਜ ਦੇ ਧਾਰਨੀ ਹੋ ਜਾਵਾਂਗੇ ਤੇ ਫਿਰ ਉਸੀ ਦਾ ਰੂਪ ਹੋ ਜਾਵਾਂਗੇ, ਪਰਮਾਤਮਾ ਵਿੱਚ ਅਭੇਦ ਹੋ ਜਾਵਾਂਗੇ, ਜਿਹੜਾ ਵਾਹਿਗੁਰੂ ਸਾਡੇ ਹੱਥ ਨਾਲੋਂ ਵੀ ਨੇੜੇ ਹੈ, ਸਾਡੇ ਨਜ਼ਦੀਕ ਹੈ, ਅੰਗ ਸੰਗ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਪਾਵਨ ਮੁਖ ਵਾਗ ਦੇ ਰਾਹੀਂ ਇਹ ਅਗੰਮੀ ਵਿਚਾਰ ਸਾਡੇ ਸਮਕਸ਼ ਰੱਖੇ ਨੇ। ਸੋ ਪਿਆਰ ਵਾਲਿਓ, ਇਹਨਾਂ ਪਾਵਨ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਆਪਣੇ ਜੀਵਨ ਨੂੰ ਜੋ ਅਸੀਂ ਸਮਝੀ ਬੈਠੇ ਹਾਂ ਕਿ ਰੱਬ ਨਾਲੋਂ ਸਾਡੀ ਹਸਤੀ ਕੋਈ ਵੱਖਰੀ ਹੈ, ਭਗਤ ਰਵਿਦਾਸ ਜੀ ਕਹਿੰਦੇ ਐਸੀ ਗੱਲ ਨਹੀਂ ਹੈ, ਸਾਡੀ ਹਸਤੀ ਰੱਬ ਨਾਲੋਂ ਕੋਈ ਵੱਖਰੀ ਨਹੀਂ, ਇਹ ਠੀਕ ਨਹੀਂ ਹੈ। ਇਸ ਕਰਕੇ ਆਪਣੇ ਆਪ ਦੀ ਹਸਤੀ ਨੂੰ ਰੱਬ ਦੀ ਹਸਤੀ ਜਾਣ ਕੇ, ਰੱਬ ਦਾ ਸਰੂਪ ਜਾਣ ਕੇ ਜਾਂ ਰੱਬ ਦੀ ਦਾਤ ਜਾਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੋ। ਅਤੇ ਜਿਹੜੀ ਮੈਂ ਦੀਆਂ ਗੱਲਾਂ ਨੇ, ਹਉਮੈ ਹੰਕਾਰ ਨੂੰ ਤਿਆਗ ਕੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਉਸ ਨੂੰ ਆਪਣੇ ਨਜ਼ਦੀਕ, ਆਪਣੇ ਨੇੜੇ ਅੰਗ ਸੰਗ ਸਮਝੋ। ਔਰ ਜਦੋਂ ਇਹ ਗੱਲ ਜੀਵਨ ਵਿੱਚ ਪ੍ਰਗਟ ਹੋਏਗੀ ਉਸ ਵੇਲੇ ਅਸੀਂ ਕਹਿ ਉਠਾਂਗੇ ਕਿ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ। ਪਾਓ ਕਿ ਜਦੋਂ ਮੈਂ ਹੀ ਖਤਮ ਹੋ ਗਈ ਹੈ ਫਿਰ ਤੂੰ ਹੀ ਤੂੰ ਹੈ, ਫਿਰ ਜੋ ਕੁਛ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਉਹ ਸਭ ਲੱਗੇਗਾ ਕਿ ਵਾਹਿਗੁਰੂ ਆਪ ਹੀ ਸਭ ਕੁਝ ਕਰ ਰਿਹਾ, ਸਾਡੀ ਕੋਈ ਹਸਤੀ ਜਾਂ ਮੈਂ ਵਾਲੀ ਗੱਲ ਫਿਰ ਕਦੀ ਪ੍ਰਗਟ ਨਹੀਂ ਹੋਏਗੀ। ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਖਰੀ ਹਸਤੀ ਨਹੀਂ ਸਮਝਾਂਗੇ। ਫਿਰ ਉਸ ਪਰਮਾਤਮਾ ਦੇ ਵਿੱਚ ਸਮਝ ਲਓ ਕਿ ਅਸੀਂ ਅਭੇਦ ਹੋ ਗਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਇਤਨੇ ਵਚਨ ਮੁਖ ਵਾਕ ਰਾਹੀਂ ਪ੍ਰਵਾਨ। ਫਤਿਹ ਦੀ ਸਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।